ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਸਟ ਵੈਲਕਮ ਟੂ ਯਰ ਓਨ ਚੈਨਲ ਰਾਈਟ ਔਨ। ਤੇ ਜਿਵੇਂ ਕਿ ਤੁਸੀਂ ਦੇਖਿਆ ਹੀ ਹੋਏਗਾ, ਕੱਲ੍ਹ ਆਪਾਂ ਇੱਕ ਕਲਾਸ ਅਪਲੋਡ ਕੀਤੀ ਸੀ, ਵੀਡੀਓ ਅਪਲੋਡ ਕੀਤੀ ਸੀ, ਜਿਸ ਦੇ ਵਿੱਚ ਆਪਾਂ ਨੇ ਡਿਸਕਸ ਕੀਤਾ ਸੀ ਕਿ ਸੀਟੈਟ ਜਿਹੜਾ ਜੁਲਾਈ 2023 ਦੇ ਵਿੱਚ ਹੋਣ ਵਾਲਾ ਹੈ, ਉਸ ਦੇ ਵਿੱਚ ਤੁਸੀਂ ਆਪਣੀ ਪੰਜਾਬੀ ਲੈਂਗੁਏਜ ਦੇ ਵਿੱਚ ਤੁਹਾਡਾ ਕੀ ਐਗਜ਼ਾਮ ਪੈਟਰਨ ਰਹੇਗਾ ਔਰ ਕੀ ਤੁਹਾਡਾ ਮੀਨ ਟੂ ਸੇ ਸਿਲੇਬਸ ਰਹੇਗਾ। ਤਾਂ ਮੈंने ਕਿਹਾ ਸੀ ਕਿ ਆਈ ਵਿਲ ਟਰਾਈ ਕਿ ਤੁਹਾਡੇ ਲਈ ਕਲਾਸਿਸ ਲੈ ਕੇ ਆ ਸਕਾਂ। ਦੈਨ ਬਿਲਕੁਲ ਉਸੇ ਤਰੀਕੇ ਨਾਲ ਆਪਾਂ ਅੱਜ ਦੀ ਕਲਾਸ ਜੋ ਹੈ ਫਸਟ ਕਲਾਸ, ਜਿਹਦੇ ਵਿੱਚ ਆਪਣਾ ਪਹਿਲਾ ਟੌਪਿਕ ਦੈਟ ਇਜ਼ ਭਾਸ਼ਾ ਆਪਾਂ ਡਿਸਕਸ ਕਰਾਂਗੇ ਔਰ ਇਸ ਟੌਪਿਕ ਤੋਂ ਹੀ ਆਪਾਂ ਸਟਾਰਟ ਕਰਾਂਗੇ। ਹੌਲੀ ਹੌਲੀ ਮੈਂ ਕੋਸ਼ਿਸ਼ ਕਰੂੰਗੀ ਤੁਹਾਡਾ ਸਿਲੇਬਸ ਕਵਰ ਅਪ ਕਰਵਾਉਣ ਦੀ, ਠੀਕ ਹੈ ਜੀ। ਅਤੇ ਜੇਕਰ ਤੁਸੀਂ ਫਸਟ ਟਾਈਮ ਆਏ ਹੋ ਇਸ ਚੈਨਲ ਦੇ ਉੱਪਰ, ਪਲੀਜ਼ ਡੋਂਟ ਫੋਰਗੈਟ ਟੂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਸ਼ੇਅਰ ਜ਼ਰੂਰ ਕਰਿਓ ਆਪਣੇ ਫਰੈਂਡਸ ਦੇ ਨਾਲ, ਸਬਸਕ੍ਰਾਈਬ ਜ਼ਰੂਰ ਕਰ ਦਿਓ ਅਗਰ ਤੁਸੀਂ ਫਸਟ ਟਾਈਮ ਆਏ ਹੋ ਤਾਂ ਟਾਈਮ ਨਹੀਂ ਵੇਸਟ ਕਰਦੇ, ਥੋੜ੍ਹੀ ਜਿਹੀ ਇੰਟਰੋਡਕਸ਼ਨ ਦੇ ਦਿੰਦੇ ਹਾਂ। ਜੁਲਾਈ 2023 ਦਾ ਐਗਜ਼ਾਮ ਜੋ ਸੀਟੈਟ ਦਾ ਹੋਣ ਵਾਲਾ ਹੈ, ਉਸ ਦੇ ਵਿੱਚ ਜੇਕਰ ਤੁਸੀਂ ਕੋਈ ਵੀ ਲੈਂਗੁਏਜ ਆਪਣੀ ਪੰਜਾਬੀ ਲੈਂਗੁਏਜ ਸਿਲੈਕਟ ਕੀਤੀ ਹੈ ਲੈਂਗੁਏਜ 1 ਜਾਂ ਲੈਂਗੁਏਜ 2 ਦੇ ਬੇਸਿਸ ਦੇ ਉੱਪਰ, ਤਾਂ ਤੁਹਾਡੇ ਲਈ ਇਹ ਕਲਾਸਿਸ ਬਿਲਕੁਲ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਣ ਵਾਲੀਆਂ ਨੇ। ਪੂਰੀ ਪੰਜਾਬੀ ਪੈਡਾਗੋਗੀ ਦੇ ਵਿੱਚ ਡਿਸਕਸ ਕਰਾਂਗੇ। ਸਟਾਰਟ ਕਰਾਂਗੇ ਫਸਟ ਟੌਪਿਕ ਤੋਂ, ਜਿਹਦਾ ਨਾਮ ਹੈ ਭਾਸ਼ਾ। ਪੇਪਰ 1 ਅਤੇ ਪੇਪਰ 2 ਦੋਨਾਂ ਦੇ ਲਈ ਰਹਿਣ ਵਾਲੀ ਹੈ। ਦੋਨੋਂ ਹੀ ਪੇਪਰਸ ਦੇ ਲਈ ਸਿਲੇਬਸ ਬਿਲਕੁਲ ਸੇਮ ਰਹੇਗਾ, ਠੀਕ ਹੈ। ਲੈਕਚਰ 2 ਇਸ ਲਈ ਲਿਖਿਆ ਕਿਉਂਕਿ ਲੈਕਚਰ 1 ਆਪਾਂ ਆਲਰੇਡੀ ਐਗਜ਼ਾਮ ਪੈਟਰਨ ਔਰ ਸਿਲੇਬਸ ਦੀ ਗੱਲ ਉਸ ਦੇ ਵਿੱਚ ਆਪਾਂ ਕਰ ਚੁੱਕੇ ਹਾਂ, ਠੀਕ ਹੈ ਜੀ। ਹੁਣ ਜੇਕਰ ਆਪਾਂ ਗੱਲ ਕਰੀਏ ਨੈਕਸਟ, ਹਾਂਜੀ, ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਨੈਕਸਟ, ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੀ ਡਿਸਕਸ ਕਰਨਾ ਹੈ। ਆਪਾਂ ਡਿਸਕਸ ਕਰਨਾ ਹੈ ਸਭ ਤੋਂ ਪਹਿਲਾਂ ਭਾਸ਼ਾ ਕੀ ਹੁੰਦੀ ਹੈ। ਫੋਰ ਐਗਜ਼ਾਮਪਲ, ਹੁਣ ਮੈਂ ਇੱਥੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਨੋ ਡਾਊਟ, ਠੀਕ ਹੈ। ਮੈਂ ਕਿਸੇ ਨਾ ਕਿਸੇ ਲੈਂਗੁਏਜ ਦੇ ਵਿੱਚ ਹੀ ਤੁਹਾਡੇ ਨਾਲ ਗੱਲ ਕਰ ਰਹੀ ਹੋਵਾਂਗੀ, ਠੀਕ ਹੈ। ਅਗਰ ਤੁਸੀਂ ਆਪਣੇ ਫਰੈਂਡਸ ਦੇ ਨਾਲ ਵੀ ਗੱਲ ਕਰਦੇ ਹੋ, ਫੋਰ ਐਗਜ਼ਾਮਪਲ ਤੁਸੀਂ ਆਪਣੇ ਫਰੈਂਡਸ ਨਾਲ ਲਿਖ ਕੇ ਗੱਲ ਕਰਦੇ ਹੋ, ਜਿਵੇਂ ਅੱਜ ਕੱਲ੍ਹ ਚੈਟ ਹੁੰਦੀ ਆ, ਹੈ ਨਾ, ਤੁਸੀਂ ਬੋਲ ਕੇ ਗੱਲ ਕਰਦੇ ਹੋ, ਫੇਸ ਟੂ ਫੇਸ ਗੱਲ ਕਰ ਰਹੇ ਹੋ, ਤਾਂ ਤੁਹਾਨੂੰ ਕਿਸੇ ਨਾ ਕਿਸੇ ਜ਼ਰੀਏ ਦੀ ਜ਼ਰੂਰਤ ਹੈ ਆਪਣੇ ਵਿਊਜ਼ ਨੂੰ, ਆਪਣੇ ਵਿਚਾਰਾਂ ਨੂੰ, ਆਪਣੀਆਂ ਫੀਲਿੰਗਸ ਨੂੰ ਐਕਸਪ੍ਰੈਸ ਕਰਨ ਦੇ ਲਈ, ਠੀਕ ਹੈ। ਤਾਂ ਤੁਹਾਨੂੰ ਕਿਸ ਦੇ ਅਕੋਰਡਿੰਗ ਆਪਣੇ ਵਿਚਾਰਾਂ ਨੂੰ ਐਕਸਪ੍ਰੈਸ ਕਰਨਾ ਹੈ, ਕਿਸ ਦੇ ਥਰੂ ਆਪਣੇ ਵਿਚਾਰਾਂ ਨੂੰ ਐਕਸਪ੍ਰੈਸ ਕਰਨਾ ਹੈ, ਉਸ ਨੂੰ ਆਪਾਂ ਕੀ ਬੋਲਦੇ ਹਾਂ, ਭਾਸ਼ਾ ਬੋਲਦੇ ਹਾਂ। ਫੋਰ ਐਗਜ਼ਾਮਪਲ, ਤੁਹਾਨੂੰ ਕੋਈ ਵੀ ਲੈਂਗੁਏਜ ਨਹੀਂ ਆਉਂਦੀ, ਨਾ ਤੁਹਾਨੂੰ ਇੰਗਲਿਸ਼ ਲੈਂਗੁਏਜ ਆਉਂਦੀ ਹੈ, ਨਾ ਤੁਹਾਨੂੰ ਪੰਜਾਬੀ, ਹਿੰਦੀ, ਕੋਈ ਵੀ ਲੈਂਗੁਏਜ ਨਹੀਂ ਆਉਂਦੀ, ਤਾਂ ਸੋਚ ਕੇ ਦੇਖੋ ਕਿ ਤੁਸੀਂ ਆਪਣੇ ਵਿਚਾਰ ਬੋਲ ਸਕੋਗੇ, ਐਕਸਪ੍ਰੈਸ ਕਰ ਸਕੋਗੇ? ਨਹੀਂ। ਉਹਨਾਂ ਦੇ ਲਈ ਤੁਹਾਨੂੰ ਆਪਣੀ ਭਾਸ਼ਾ ਦਾ ਆਉਣਾ ਜ਼ਰੂਰੀ ਹੈ, ਠੀਕ ਹੈ। ਤਾਂ ਭਾਸ਼ਾ ਹੁੰਦੀ ਕੀ ਹੈ? ਭਾਸ਼ਾ ਹੁੰਦੀ ਹੈ ਵਿਚਾਰਾਂ ਨੂੰ ਆਦਾਨ ਪ੍ਰਦਾਨ ਕਰਨ ਦਾ ਇੱਕ ਸਾਧਨ। ਵੈਰੀ ਸਿੰਪਲ ਐਂਡ ਈਜ਼ੀ ਟੂ ਅੰਡਰਸਟੈਂਡ ਕਿ ਭਾਸ਼ਾ ਦੇ ਬਿਨਾਂ ਤੁਸੀਂ ਕੁਝ ਵੀ ਨਹੀਂ ਬੋਲ ਸਕਦੇ, ਮਤਲਬ ਕੁਝ ਵੀ ਨਹੀਂ, ਆਪਣੇ ਵਿਚਾਰਾਂ ਨੂੰ ਐਕਸਪ੍ਰੈਸ ਹੀ ਨਹੀਂ ਕਰ ਸਕਦੇ, ਤਾਂ ਟੌਪਿਕ ਉੱਥੇ ਹੀ ਖਤਮ ਹੋ ਜਾਂਦਾ ਹੈ, ਠੀਕ ਹੈ। ਤਾਂ ਸਿੰਪਲ ਜਿਹੀ ਚੀਜ਼ ਹੈ, ਬਹੁਤ ਹੀ ਈਜ਼ੀ ਔਰ ਅੰਡਰਸਟੈਂਡਿੰਗ ਹੈ ਕਿ ਭਾਸ਼ਾ ਕੀ ਹੈ। ਜਦੋਂ ਤੁਸੀਂ ਆਪਣੇ ਵਿਊਜ਼ ਨੂੰ ਐਕਸਪ੍ਰੈਸ ਕਰ ਸਕਦੇ ਹੋ, ਜਿਹਦੇ ਥਰੂ ਉਹਨੂੰ ਆਪਾਂ ਕੀ ਬੋਲਦੇ ਹਾਂ, ਭਾਸ਼ਾ ਬੋਲਦੇ ਹਾਂ। ਈਜ਼ੀ ਪਹਿਲੀ ਚੀਜ਼ ਆਈ ਥਿੰਕ ਸੋ ਵੈਰੀ ਈਜ਼ੀ ਤੁਹਾਡੀ ਕਲੀਅਰ ਹੋ ਗਈ ਹੋਏਗੀ ਕਿ ਮੋਸਟ ਇੰਪੋਰਟੈਂਟ ਜੋ ਆਪਣਾ ਟੌਪਿਕ ਹੀ ਹੈ, ਇਹਦੇ ਨਾਲ ਹੀ ਆਪਾਂ ਸਾਰਾ ਕੁਝ ਸਿੱਖਣਾ ਅਤੇ ਪਤਾ ਹੋਣਾ ਚਾਹੀਦਾ ਕਿ ਭਾਸ਼ਾ ਕੀ ਹੈ। ਫਿਰ ਆਪਾਂ ਗੱਲ ਕਰਦੇ ਹਾਂ, ਅੱਜ ਆਪਾਂ ਪੜ੍ਹਾਂਗੇ ਭਾਸ਼ਾ ਦੇ ਰੂਪ ਕਿਹੜੇ ਹੁੰਦੇ ਨੇ। ਰੂਪ ਦਾ ਮਤਲਬ ਕੀ ਹੋ ਗਿਆ ਕਿ ਉਹਦੀ ਲੁੱਕ ਕਿਹੋ ਜਿਹੀ ਹੁੰਦੀ ਆ, ਹੈ ਨਾ। ਹੁਣ ਤੁਸੀਂ ਸੋਚ ਕੇ ਦੇਖੋ, ਤੁਸੀਂ ਭਾਸ਼ਾ ਦੀ ਰੂਪ, ਹੁਣ ਇਹਨੂੰ ਯਾਦ ਰੱਖਣ ਦਾ ਤਰੀਕਾ ਕੀ ਆ ਕਿ ਭਾਸ਼ਾ ਦਾ ਰੂਪ ਮਤਲਬ ਉਹਦੀ ਲੁੱਕ ਕਿਹੋ ਜਿਹੀ ਆ। ਹੁਣ ਲੁੱਕ ਉਹ ਕੋਈ ਆਬਜੈਕਟ ਤਾਂ ਹੈ ਨਹੀਂ ਜਿਸ ਨੂੰ ਆਪਾਂ ਦੇਖ ਸਕਦੇ ਹਾਂ, ਬਟ ਇੰਨਾ ਜ਼ਰੂਰ ਪਤਾ ਹੈ ਕਿ ਜਦੋਂ ਵੀ ਆਪਾਂ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਾਂ, ਤਾਂ ਆਪਾਂ ਸਿਰਫ 2 ਹੀ ਤਰੀਕਿਆਂ ਨਾਲ ਕਰ ਸਕਦੇ ਹਾਂ। ਇੱਕ ਆਪਾਂ ਬੋਲ ਕੇ ਕਰ ਸਕਦੇ ਹਾਂ ਅਤੇ ਦੂਸਰਾ ਆਪਾਂ ਲਿਖ ਕੇ ਕਰ ਸਕਦੇ ਹਾਂ। ਮੀਨਸ ਟੂ ਸੇ ਜੋ ਭਾਸ਼ਾ ਨੂੰ ਰਿਪਰਜੈਂਟ ਕਰਨ ਦਾ ਤਰੀਕਾ ਹੈ, ਉਹ ਆਪਣੇ ਕੋਲ ਸਿਰਫ 2 ਹੀ ਹੁੰਦੇ ਨੇ। ਜਾਂ ਤਾਂ ਤੁਸੀਂ ਬੋਲ ਕੇ ਆਪਣੀ ਭਾਸ਼ਾ, ਆਪਣੇ ਵਿਚਾਰਾਂ ਨੂੰ ਦੱਸੋਗੇ, ਜਾਂ ਤੁਸੀਂ ਲਿਖ ਕੇ ਆਪਣੇ ਵਿਚਾਰਾਂ ਨੂੰ ਦੱਸੋਗੇ। ਤੀਸਰਾ ਕੋਈ ਤਰੀਕਾ ਨਹੀਂ ਹੈ। ਹੁਣ ਤੁਸੀਂ ਕਹੋਗੇ ਮੈਮ ਇਸ਼ਾਰਿਆਂ ਨਾਲ ਵੀ ਤਾਂ ਦੱਸ ਸਕਦੇ ਹਾਂ, ਦੈਨ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਇਸ਼ਾਰਿਆਂ ਨਾਲ ਤੁਸੀਂ ਭਾਸ਼ਾ ਦਾ ਇਸਤੇਮਾਲ ਨਹੀਂ ਕਰਦੇ, ਉਹ ਤੁਹਾਡੇ ਵਿਚਾਰ ਨੇ ਜੋ ਜਸਟ ਹੱਥ ਪੈਰ ਹਿਲਾ ਕੇ ਹੀ ਤੁਸੀਂ ਆਪਣੇ ਦੱਸਦੇ ਹੋ, ਠੀਕ ਹੈ। ਤਾਂ ਜਸਟ 2 ਹੀ ਰੂਪ ਹੁੰਦੇ ਨੇ। ਤੁਹਾਨੂੰ ਪੁੱਛ ਲਿਆ ਜਾਣ ਤਾਂ ਭਾਸ਼ਾ ਦੇ ਰੂਪ ਕਿੰਨੇ ਹੁੰਦੇ ਨੇ, ਤਾਂ ਤੁਸੀਂ ਬਹੁਤ ਹੀ ਸਹੀ ਤਰੀਕੇ ਨਾਲ ਫਟਾਫਟ ਆਪਣਾ ਜਵਾਬ ਦੇ ਦੋਗੇ, ਦੈਟ ਇਜ਼ 2। ਭਾਸ਼ਾ ਦੇ 2 ਰੂਪ ਹੁੰਦੇ ਨੇ, ਮੌਖਿਕ ਅਤੇ ਲਿਖਿਤ। ਹੁਣ ਇਹਦੇ ਵਿੱਚ ਵੀ ਐਕਸਪਲੇਨ ਕਰਨ ਵਾਲਾ ਕੁਛ ਇੰਨਾ ਡਿਫੀਕਲਟ ਹੈ ਨਹੀਂ, ਕਿਉਂਕਿ ਵੀ ਆਲ ਨੋ ਅਬਾਊਟ ਕਿ ਮੌਖਿਕ ਭਾਸ਼ਾ ਕਿਹੜੀ ਹੁੰਦੀ ਹੈ, ਜਿਹੜੀ ਆਪਾਂ ਬੋਲ ਕੇ ਐਕਸਪ੍ਰੈਸ ਕਰਦੇ ਹਾਂ। ਫੋਰ ਐਗਜ਼ਾਮਪਲ, ਮੈਂ ਇੱਥੇ ਹੁਣ ਤੁਹਾਡੇ ਸਾਹਮਣੇ ਬੋਲਣ ਲੱਗ ਰਹੀ ਹਾਂ, ਦੈਟ ਇਜ਼ ਮੌਖਿਕ ਭਾਸ਼ਾ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਲਿਖਿਤ ਭਾਸ਼ਾ ਕਿਹੜੀ ਹੁੰਦੀ ਹੈ, ਲਿਖਿਤ ਭਾਸ਼ਾ ਹੁੰਦੀ ਹੈ ਜੀ ਜਿਹਦੇ ਵਿੱਚ ਆਪਾਂ ਲਿਖ ਕੇ, ਫੋਰ ਐਗਜ਼ਾਮਪਲ ਤੁਹਾਡੇ ਸਾਹਮਣੇ ਇੱਕ ਪ੍ਰੈਜੈਂਟੇਸ਼ਨ ਹੈ, ਪ੍ਰੈਜੈਂਟੇਸ਼ਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੈਨੇ ਕੁਝ ਕੁ ਚੀਜ਼ਾਂ ਤੁਹਾਡੇ ਸਾਹਮਣੇ ਲਿਖੀਆਂ ਹੋਈਆਂ ਨੇ, ਭਾਸ਼ਾ ਦੀ ਡੈਫੀਨੇਸ਼ਨ ਲਿਖੀ ਹੋਈ ਹੈ, ਭਾਸ਼ਾ ਦੇ ਰੂਪ ਲਿਖੇ ਹੋਏ ਨੇ। ਅਤੇ ਇਹ ਜਿਹੜਾ ਇੱਕ ਤਰੀਕਾ ਹੋ ਗਿਆ ਵਿਚਾਰਾਂ ਨੂੰ ਦੱਸਣ ਦਾ, ਆਪਣੇ ਚੀਜ਼ਾਂ ਨੂੰ ਐਕਸਪ੍ਰੈਸ ਕਰਨ ਦਾ, ਉਹ ਕੀ ਹੈ, ਲਿਖਿਤ ਰੂਪ ਹੈ। ਚੈਟ ਕਰਦੇ ਹੋ ਤੁਸੀਂ, ਹੈ ਨਾ, ਤਾਂ ਉਹ ਕੀ ਹੋ ਗਿਆ, ਲਿਖ ਕੇ ਐਕਸਪ੍ਰੈਸ ਕਰ ਰਹੇ ਹੋ, ਦੈਨ ਦੈਟ ਇਜ਼ ਦ ਵੇ ਜਿਹੜਾ ਕਿ ਰਿਟਨ ਫਾਰਮ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਤਾਂ ਭਾਸ਼ਾ ਦੇ ਰੂਪ ਮਤਲਬ ਰੁਕ, ਉਹਨੂੰ ਰਿਪਰਜੈਂਟ ਕਰਨ ਦੇ ਤਰੀਕੇ ਕਿੰਨੇ ਨੇ, 2 ਹੀ ਨੇ, ਮੌਖਿਕ ਐਂਡ ਲਿਖਿਤ। ਫਸਟਲੀ ਅਗਰ ਆਪਾਂ ਗੱਲ ਕਰੀਏ, ਹੁਣ ਇਹ ਇੰਨਾ ਸੌਖਾ ਕੁਐਸਚਨ ਤਾਂ ਆਉਂਦਾ ਹੈ ਨਹੀਂ,
ਕਿਉਂਕਿ ਇਹ ਬਹੁਤ ਹੀ ਸਿੰਪਲ ਜਿਹਾ ਬੇਸਿਕ ਜੋ ਕੁਐਸਚਨ ਆ ਗਿਆ। ਇਹਦੇ ਵਿੱਚ ਨਾ ਤੁਹਾਨੂੰ ਨਾਮ ਬਦਲ ਦਿੰਦੇ ਨੇ। ਨਾਮ ਦਾ ਮਤਲਬ ਕੀ ਹੋ ਗਿਆ, ਤੁਹਾਡੇ ਤੋਂ ਪੁੱਛ ਲਿਆ ਜਾਂਦਾ ਹੈ ਕਿ ਮੌਖਿਕ ਦੀ ਜਗ੍ਹਾ ਜੇਕਰ ਉਹ ਲਿਖ ਦੇਣ ਜ਼ੁਬਾਨੀ, ਠੀਕ ਹੈ ਜੀ, ਮੌਖਿਕ ਦੀ ਜਗ੍ਹਾ ਉਹ ਕੀ ਲਿਖ ਸਕਦੇ ਨੇ, ਜ਼ੁਬਾਨੀ ਲਿਖ ਸਕਦੇ ਨੇ, ਠੀਕ ਹੈ। ਤਾਂ ਮਤਲਬ ਉਹ ਕਹਿ ਦੇਣ ਮੌਖਿਕ ਭਾਸ਼ਾ ਜਾਂ ਫਿਰ ਉਹ ਕਹਿ ਦੇਣ ਜ਼ੁਬਾਨੀ ਭਾਸ਼ਾ, ਤਾਂ ਦੋਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਦੋਨਾਂ ਦਾ ਮਤਲਬ ਸੇਮ ਹੀ ਹੈ, ਦੋਨੋਂ ਇੱਕੋ ਹੀ ਚੀਜ਼ ਦੀ ਗੱਲ ਕਰ ਰਹੇ ਨੇ, ਠੀਕ ਹੈ। ਜ਼ੁਬਾਨੀ ਕਹਿ ਸਕਦੇ ਨੇ, ਠੀਕ ਹੈ ਜੀ, ਇੱਥੇ ਮੈਂ ਲਿਖ ਦੇਣੀ ਆ ਮੌਖਿਕ ਅਭਿਵਿਅਕਤੀ ਕਹਿ ਸਕਦੇ ਨੇ। ਇਸ ਦਾ ਵੀ ਕੋਈ ਡਿਫਰੈਂਟ ਮੀਨਿੰਗ ਨਹੀਂ ਹੈ, ਇਸ ਦਾ ਹੀ ਨਾਮ ਹੈ, ਮੌਖਿਕ ਭਾਸ਼ਾ ਦਾ ਹੀ ਇੱਕ ਹੋਰ ਨਾਮ ਹੈ, ਦੈਟ ਇਜ਼ ਮੌਖਿਕ ਅਭਿਵਿਅਕਤੀ। ਤਾਂ ਇਹ ਕੀ ਹੁੰਦਾ, ਕਨਫਿਊਜ਼ ਕਰਨ ਦੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਡਿਫਿਕਲਟ ਜਿਹਾ ਨੇਮ ਐਗਜ਼ਾਮ ਦੇ ਵਿੱਚ ਪਾ ਦਿਓ, ਬੱਚਿਆਂ ਨੂੰ ਸਮਝ ਨਹੀਂ ਆਉਣਾ, ਤਾਂ ਆਪਾਂ ਸੋਚਣ ਲੱਗ ਜਾਂਦੇ ਹਾਂ ਕਿ ਭਾਸ਼ਾ ਦੇ ਤਾਂ ਰੂਪ ਦੋ ਹਿੱਸੇ ਵਿੱਚ ਮੌਖਿਕ ਅਭਿਵਿਅਕਤੀ ਕਿੱਥੋਂ ਆ ਗਿਆ। ਤਾਂ ਮੀਨਿੰਗ ਸੇਮ ਹੈ, ਉਹਦਾ ਮਤਲਬ ਇਹੀ ਹੈ ਕਿ ਤੁਸੀਂ ਬੋਲ ਚਾਲ ਕੇ ਆਪਣੀ ਭਾਸ਼ਾ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਹੁਣ ਬੋਲ ਚਾਲ ਦਾ ਮਤਲਬ ਕੀ ਹੋ ਗਿਆ, ਬੋਲ ਬੋਲੀ ਵਾਲੀ, ਹੈ ਨਾ। ਤਾਂ ਇੱਕ ਹੋਰ ਨੇਮ ਇਸ ਦਾ ਆ ਜਾਂਦਾ ਬੋਲ ਬੋਲੀ। ਤਾਂ ਬੋਲ ਬੋਲੀ, ਜ਼ੁਬਾਨੀ, ਇਹ ਤਾਂ ਚਲੋ ਯਾਦ ਰੱਖੇ ਵੀ ਜਾਂਦੇ ਆ, ਕੁਝ ਕੁ ਸਪੈਸੀਫਿਕ ਨੇਮ ਹੋ ਜਾਂਦੇ ਆ, ਠੀਕ ਹੈ, ਦੈਟ ਇਜ਼ ਮੌਖਿਕ ਅਭਿਵਿਅਕਤੀ ਜਾਂ ਫਿਰ ਆਮ ਬੋਲ ਚਾਲ ਦੀ ਭਾਸ਼ਾ ਵੀ ਇਸ ਨੂੰ ਕਿਹਾ ਜਾਂਦਾ। ਮੈਂ ਇੱਥੇ ਲਿਖ ਰਹੀ ਹਾਂ ਆਮ ਬੋਲ ਚਾਲ। ਇਹ ਸਾਰੇ ਨਾਮ ਨਾ ਤੁਸੀਂ ਨੋਟ ਕਰ ਲਿਓ, ਜ਼ਰੂਰੀ ਨੇ, ਕਿਉਂਕਿ ਇਹਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਆਪਾਂ ਨੂੰ। ਨੈਕਸਟ ਅਗਰ ਆਪਾਂ ਗੱਲ ਕਰੀਏ ਸੈਕਿੰਡ ਪਾਰਟ ਆ ਜਾਂਦਾ ਆਪਣੇ ਕੋਲ ਲਿਖਿਤ ਭਾਸ਼ਾ। ਤਾਂ ਲਿਖਿਤ ਭਾਸ਼ਾ ਨੂੰ ਰਿਪਰੈਜ਼ੈਂਟ ਕਰਨਾ ਕਿਹੜੇ ਨਾਮ ਨਾਲ ਹੋਰ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਲਿਖਿਤ ਭਾਸ਼ਾ ਨੂੰ ਲਿਖਿਤ ਦੇ ਨਾਲ ਨਾਲ ਕੇਂਦਰੀ ਵੀ ਬੋਲ ਦਿੰਦੇ ਨੇ, ਠੀਕ ਹੈ ਜੀ। ਕੇਂਦਰੀ ਤੋਂ ਇਲਾਵਾ ਇਸ ਦੇ ਵਿੱਚ ਹੋਰ ਨਾਮ ਯੂਜ਼ ਕੀਤਾ ਜਾਂਦਾ ਟਕਸਾਲੀ, ਮਿਆਰੀ, ਮੰਨੀ ਪ੍ਰਮੰਨੀ ਤੇ ਸਾਹਿਤਿਕ। ਇਹ ਕੁਝ ਕੁ ਨਾਮ ਨੇ ਜਿਹੜੇ ਕਿ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਮਤਲਬ ਜੇਕਰ ਤੁਹਾਨੂੰ ਆਪਸ਼ਨਸ ਦੇ ਵਿੱਚ ਦੇ ਦੇਣ ਕਿ ਇਹਨਾਂ ਵਿੱਚੋਂ ਕਿਹੜਾ ਇੱਕ ਭਾਸ਼ਾ ਦਾ ਰੂਪ ਹੈ, ਤੇ ਆਪਸ਼ਨਸ ਦੇ ਵਿੱਚ ਤੁਹਾਡੇ ਕੋਲ ਪਿਆ ਹੈ ਟਕਸਾਲੀ ਭਾਸ਼ਾ, ਤਾਂ ਤੁਸੀਂ ਸਮਝ ਜਾਓਗੇ ਕਿ ਟਕਸਾਲੀ ਭਾਸ਼ਾ ਦਾ ਮਤਲਬ ਕੀ ਹੋ ਗਿਆ, ਲਿਖ ਕੇ ਰਿਪਰੈਜ਼ੈਂਟ ਕਰਨਾ, ਤਾਂ ਉਹ ਉਸਦਾ ਇੱਕ ਰੂਪ ਹੈ। ਇਹ ਸਾਰੇ ਨਾਮ ਨੇ, ਲਿਖਿਤ ਕਹਿ ਲਓ, ਟਕਸਾਲੀ ਕਹਿ ਲਓ, ਮਿਆਰੀ ਕਹਿ ਲਓ, ਮੰਨੀ ਪ੍ਰਮੰਨੀ ਕਹਿ ਲਓ, ਸਾਹਿਤਿਕ ਕਹਿ ਲਓ, ਕੋਈ ਫਰਕ ਨਹੀਂ ਹੈ, ਸਾਰਿਆਂ ਦਾ ਮੀਨਿੰਗ ਸੇਮ ਹੀ ਹੈ, ਠੀਕ ਹੈ ਜੀ, ਕਲੀਅਰ ਹੈ। ਚਲੋ, ਇਹ ਆਪਣੇ ਕੋਲ ਸੀਗੇ ਭਾਸ਼ਾ ਦੇ ਰੂਪ। ਹਾਂਜੀ, ਇਹ ਸੀਗੇ ਆਪਣੇ ਕੋਲ ਭਾਸ਼ਾ ਦੇ ਰੂਪ। ਹੁਣ ਆਪਾਂ ਚੱਲਦੇ ਹਾਂ ਥੋੜ੍ਹਾ ਜਿਹਾ ਅੱਗੇ, ਆਪਾਂ ਦੇਖਦੇ ਹਾਂ। ਚਲੋ, ਪਹਿਲੀ ਗੱਲ, ਸਭ ਤੋਂ ਪਹਿਲਾਂ ਆਪਾਂ ਸਿੱਖਿਆ ਕਿ ਭਾਸ਼ਾ ਕੀ ਹੁੰਦੀ ਹੈ, ਠੀਕ ਹੈ। ਫਿਰ ਆਪਾਂ ਸਿੱਖਿਆ ਭਾਸ਼ਾ ਦਿਖਦੀ ਕਿੱਦਾਂ ਦੀ ਆ, ਉਹਨੂੰ ਰਿਪਰੈਜ਼ੈਂਟ ਕਰਨ ਦਾ ਤਰੀਕਾ ਕੀ ਹੁੰਦਾ। ਫਿਰ ਆਪਣੇ ਇਹ ਵੀ ਸਮਝ ਲਿਆ ਕਿ ਚਲੋ ਠੀਕ ਹੈ, ਇਹਨੂੰ ਲਿਖ ਕੇ ਜਾਂ ਬੋਲ ਕੇ ਰਿਪਰੈਜ਼ੈਂਟ ਕਰ ਸਕਦੇ ਹਾਂ। ਹੁਣ ਸੋਚੋ ਕਿ ਜੇਕਰ ਤੁਸੀਂ ਬੋਲਣਾ ਹੈ ਤਾਂ ਉਹਦਾ ਬੇਸ ਕੀ ਹੋਊਗਾ। ਹੁਣ ਜੇਕਰ ਤੁਸੀਂ ਭਾਸ਼ਾ ਨੂੰ ਦੇ ਥਰੂ ਆਪਣੇ ਵਿਚਾਰਾਂ ਨੂੰ ਰਿਪਰੈਜ਼ੈਂਟ ਕਰਨਾ ਸ਼ੁਰੂ ਕਰਦੇ ਹੋ, ਤੁਹਾਨੂੰ ਪਤਾ ਲੱਗ ਗਿਆ ਵੀ ਇਹ ਭਾਸ਼ਾ ਹੁੰਦੀ ਹੈ, ਇਹ ਉਹਦੇ ਰੂਪ ਹੁੰਦੇ ਨੇ, ਤਾਂ ਉਹਦੇ ਬੇਸ ਕਿਹੜੇ ਹੋਣਗੇ। ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਬੋਲੋਗੇ ਤਾਂ ਉਹਦੇ ਲਈ ਤੁਹਾਡਾ ਗਲਾ ਹੋ ਗਿਆ, ਤੁਹਾਡੀ ਆਵਾਜ਼ ਹੋ ਗਈ, ਤੁਹਾਡਾ ਹੋਂਠ ਹੋ ਗਏ, ਜੀਭ ਹੋ ਗਈ, ਇਹਨਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰੋਗੇ ਤਾਂ ਹੀ ਤੁਹਾਡੇ ਮੂੰਹ ਦੇ ਵਿੱਚੋਂ ਜਿਹੜੇ ਸ਼ਬਦ ਨੇ ਉਹ ਨਿਕਲਣਗੇ, ਠੀਕ ਹੈ। ਸਹੀ ਤਰੀਕੇ ਨਾਲ ਅਗਰ ਤੁਸੀਂ ਬੋਲ ਪਾ ਰਹੇ ਹੋ ਤਾਂ ਹੀ ਤੁਸੀਂ ਆਪਣੇ ਵਿਚਾਰਾਂ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ, ਠੀਕ ਹੈ। ਦੂਸਰਾ, ਤੁਹਾਡੇ ਮਾਈਂਡ ਦੇ ਵਿੱਚ ਵਿਚਾਰਾਂ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਚਲੋ ਤੁਸੀਂ ਵਧੀਆ ਤਰੀਕੇ ਨਾਲ ਬੋਲ ਪਾ ਰਹੇ ਹੋ, ਪਰ ਜਦੋਂ ਤੱਕ ਤੁਹਾਡੇ ਮਨ ਦੇ ਵਿੱਚ ਵਿਚਾਰ ਹੀ ਨਹੀਂ ਹੈਗੇ ਤੁਸੀਂ ਉਹਨੂੰ ਰਿਪਰੈਜ਼ੈਂਟ ਨਹੀਂ ਕਰ ਸਕਦੇ। ਤੀਸਰਾ, ਤੁਹਾਡੇ ਮਨ ਦੇ ਵਿੱਚ ਵਿਚਾਰ ਵੀ ਹੋਣਗੇ, ਤੁਸੀਂ ਚੰਗੇ ਤਰੀਕੇ ਨਾਲ ਬੋਲ ਵੀ ਸਕਦੇ ਹੋ, ਪਰ ਤੁਸੀਂ ਕੀ ਨਹੀਂ ਕਰ ਪਾ ਰਹੇ, ਤੁਹਾਡੇ ਕੋਲ ਕੋਈ ਸੈਕਿੰਡ ਪਰਸਨ ਨਹੀਂ ਹੈਗਾ ਜਿਹਦੇ ਨਾਲ ਤੁਸੀਂ ਆਪਣੀ ਫੀਲਿੰਗਸ ਐਕਸਪ੍ਰੈਸ ਕਰ ਸਕੋ, ਤਾਂ ਉਹਦੇ ਲਈ ਤੁਹਾਡੇ ਕੋਲ ਸਮਾਜ ਦੇ ਵਿੱਚ ਹੋਣਾ ਵੀ ਜ਼ਰੂਰੀ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਮੈਂ ਬੋਲ ਰਹੀ ਹਾਂ, ਇਹ ਸਾਰੀਆਂ ਕਿਹਦੇ ਵਿੱਚ ਆਉਂਦੀਆਂ ਨੇ ਜੀ, ਆਧਾਰ ਦੇ ਵਿੱਚ ਆਉਂਦੀਆਂ ਨੇ। ਮਤਲਬ ਬੇਸ, ਤੁਸੀਂ ਭਾਸ਼ਾ ਨੂੰ ਯੂਜ਼ ਕਰਨਾ ਤਾਂ ਉਹਦੇ ਬੇਸ ਕਿਹੜੇ ਨੇ, ਆਧਾਰ ਕਿਹੜੇ ਨੇ, ਠੀਕ ਹੈ। ਤਾਂ ਭਾਸ਼ਾ ਦੇ ਆਧਾਰ ਕਿੰਨੇ ਹੁੰਦੇ ਆ ਜੀ, ਤਾਂ ਮੈਂ ਤੁਹਾਨੂੰ ਦੱਸ ਦੇਵਾਂ। ਭਾਸ਼ਾ ਦੇ 3 ਆਧਾਰ ਹੁੰਦੇ ਆ। ਸਭ ਤੋਂ ਪਹਿਲਾ ਆਧਾਰ ਤੁਹਾਡੇ ਸਾਹਮਣੇ ਇੱਥੇ ਮੈंने ਲਿਖਿਆ ਹੋਇਆ ਭੌਤਿਕ ਆਧਾਰ। ਭੌਤਿਕ ਆਧਾਰ ਮਤਲਬ ਸਭ ਤੋਂ ਪਹਿਲਾਂ ਫਿਜ਼ੀਕਲੀ ਅਗਰ ਆਪਾਂ ਗੱਲ ਕਰੀਏ ਤਾਂ ਫਿਜ਼ੀਕਲੀ ਕਿਹੜੀਆਂ ਚੀਜ਼ਾਂ ਆਪਣੇ ਕੋਲ ਹੋਣੀਆਂ ਜ਼ਰੂਰੀ ਨੇ ਜੇਕਰ ਤੁਸੀਂ ਆਪਣੀ ਵਿਚਾਰਾਂ ਨੂੰ ਰਿਪਰੈਜ਼ੈਂਟ ਕਰਨਾ ਹੈ। ਹੁਣ ਤੁਸੀਂ ਬੋਲਣ ਦੀ ਕੋਸ਼ਿਸ਼ ਕਰੋ, ਸੋਚ ਕੇ ਦੇਖੋ, ਮੈਂ ਬੋਲਣਾ ਸ਼ੁਰੂ ਕਰ ਰਹੀ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਨੂੰ ਗਲਾ ਹੋ ਗਿਆ, ਕੰਠ, ਗਲਾ, ਠੀਕ ਹੈ, ਜੀਭ, ਅਗਰ ਆਪਾਂ ਗੱਲ ਕਰੀਏ ਦੰਦ, ਹੋਂਠ, ਠੀਕ ਹੈ ਜੀ, ਔਰ ਹੋਰ ਆਪਾਂ ਕਹਿ ਸਕਦੇ ਹਾਂ ਤਾਲੂ। ਮਤਲਬ ਜੋ ਵੀ ਆਪਣੇ ਫਿਜ਼ੀਕਲ ਐਸਪੈਕਟਸ ਨੇ ਉਹ ਸਾਰਿਆਂ ਦਾ ਮੈਂ ਇੱਥੇ ਕੀ ਕਰ ਰਹੀ ਹਾਂ, ਹੈਲਪ ਲੈ ਰਹੀ ਹਾਂ ਉਹਨਾਂ ਸਾਰਿਆਂ ਦੀ, ਤਾਂ ਕਿ ਮੈਂ ਆਪਣੇ ਵਿਚਾਰਾਂ ਨੂੰ ਮੂੰਹ 'ਚੋਂ ਆਵਾਜ਼ ਉਹਨਾਂ ਦੀ ਬਾਹਰ ਆ ਸਕੇ, ਹੈ ਨਾ। ਤਾਂ ਇੰਨੀ ਕੁ ਚੀਜ਼ ਆਪਣੇ ਕੋਲ ਇੱਥੇ ਸਮਝ ਆ ਗਈ ਕਿ ਜਦੋਂ ਤੁਸੀਂ ਬੋਲੋਗੇ ਤਾਂ ਤੁਹਾਨੂੰ ਜਿਹੜੇ ਫਿਜ਼ੀਕਲੀ ਚੀਜ਼ਾਂ ਦੀ ਲੋੜ ਹੋਏਗੀ ਉਹ ਸਾਰੀਆਂ ਕਿਹਦੇ ਵਿੱਚ ਆਉਂਦੀਆਂ ਨੇ, ਭੌਤਿਕ ਆਧਾਰ ਦੇ ਵਿੱਚ ਹੀ ਆਉਂਦੀਆਂ ਨੇ, ਠੀਕ ਹੈ। ਬਟ
ਧਿਆਨ ਨਾਲ ਪਿੱਛੇ ਜਾਓ ਥੋੜ੍ਹਾ ਜਿਹਾ। ਆਪਾਂ ਸਿਰਫ ਭੌਤਿਕ ਆਧਾਰ ਜਦੋਂ ਕਰ ਰਹੇ ਹਾਂ ਤਾਂ ਆਪਾਂ ਸਿਰਫ ਬੋਲਣ ਦੀ ਗੱਲ ਕਰ ਰਹੇ ਹਾਂ, ਲਿਖਣ ਦੀ ਤਾਂ ਆਪਾਂ ਗੱਲ ਹੀ ਨਹੀਂ ਕਰ ਰਹੇ, ਕਿਉਂਕਿ ਆਪਾਂ ਆਪਣੀ ਭਾਸ਼ਾ ਨੂੰ ਲਿਖ ਕੇ ਵੀ ਤਾਂ ਰਿਪਰੈਜ਼ੈਂਟ ਕਰਦੇ ਹਾਂ ਨਾ। ਤਾਂ ਲਿਖ ਕੇ ਰਿਪਰੈਜ਼ੈਂਟ ਕਰਨ ਲਈ ਵੀ ਆਪਾਂ ਨੂੰ ਕੁਛ ਚੀਜ਼ਾਂ ਦੀ ਜ਼ਰੂਰਤ ਹੋਏਗੀ, ਜਿਵੇਂ ਹੱਥ ਹੋ ਗਏ, ਉਂਗਲੀਆਂ ਹੋ ਗਈਆਂ, ਠੀਕ ਹੈ, ਮਾਸਪੇਸ਼ੀਆਂ ਹੋ ਗਈਆਂ। ਤਾਂ ਉਹਨਾਂ ਨੂੰ ਵੀ ਆਪਾਂ ਕਿਹਦੇ ਵਿੱਚ ਕਾਊਂਟ ਕਰਾਂਗੇ? ਭੌਤਿਕ ਆਧਾਰ ਦੇ ਵਿੱਚ ਹੀ ਕਾਊਂਟ ਕਰਾਂਗੇ, ਠੀਕ ਹੈ। ਜਦੋਂ ਤੁਸੀਂ ਆਪਣੀ ਭਾਸ਼ਾ ਨੂੰ ਲਿਖਣ ਦੇ ਲਈ ਯੂਜ਼ ਕਰਦੇ ਹੋ ਤਾਂ ਉਦੋਂ ਤੁਹਾਡੇ ਕੋਲ ਕੀ ਪ੍ਰੋਪਰਲੀ ਕੰਮ ਕਰਨਾ ਚਾਹੀਦਾ ਹੈ? ਹੱਥ ਪ੍ਰੋਪਰਲੀ ਕੰਮ ਕਰਨਾ ਚਾਹੀਦਾ ਹੈ। ਉਂਗਲੀਆਂ ਹੋ ਗਈਆਂ ਜੀ, ਉਂਗਲੀਆਂ ਸਹੀ ਤਰੀਕੇ ਨਾਲ ਕੰਮ ਕਰਨੀਆਂ ਚਾਹੀਦੀਆਂ ਹਨ। ਅਗਰ ਆਪਾਂ ਗੱਲ ਕਰੀਏ ਮਾਸਪੇਸ਼ੀਆਂ ਹੋ ਗਈਆਂ, ਠੀਕ ਹੈ, ਇਹਨਾਂ ਦਾ ਸਹਾਰਾ ਆਪਾਂ ਲੈਂਦੇ ਹਾਂ ਤਾਂ ਕਿ ਆਪਣੀਆਂ ਜੋ ਵੀ ਹੈ ਭਾਸ਼ਾ ਦੇ ਵਿਚਾਰ ਨੇ ਜੋ ਆਪਾਂ ਸਹੀ ਤਰੀਕੇ ਨਾਲ ਸਾਹਮਣੇ ਵਾਲੇ ਪਰਸਨ ਦੇ ਸਾਹਮਣੇ ਰੱਖ ਸਕੀਏ। ਤਾਂ ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਜੀ? ਭੌਤਿਕ ਆਧਾਰ ਕਹਿੰਦੇ ਹਾਂ। ਆਈ ਹੋਪ ਇਹ ਚੀਜ਼ ਤੁਹਾਨੂੰ ਸਮਝ ਆ ਗਈ ਹੋਏਗੀ ਕਿ ਭੌਤਿਕ ਆਧਾਰ ਕੀ ਹੁੰਦੇ ਨੇ, ਠੀਕ ਹੈ। ਸੈਕਿੰਡਲੀ ਅਗਰ ਆਪਾਂ ਗੱਲ ਕਰੀਏ ਭੌਤਿਕ ਆਧਾਰ ਤੋਂ ਬਾਅਦ, ਹਾਂਜੀ, ਫਿਰ ਆ ਜਾਂਦਾ ਆਪਣੇ ਕੋਲ ਇਹ ਮਾਨਸਿਕ ਆਧਾਰ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਚੰਗੇ ਤਰੀਕੇ ਨਾਲ ਬੋਲ ਸਕਦੇ ਹੋ, ਲਿਖ ਸਕਦੇ ਹੋ, ਬਟ ਤੁਹਾਡੇ ਕੋਲ ਜਦੋਂ ਕੋਈ ਵਿਚਾਰ ਹੀ ਨਹੀਂ ਹੈਗਾ ਤਾਂ ਤੁਸੀਂ ਰਿਪਰੈਜ਼ੈਂਟ ਕੀ ਕਰੋਗੇ? ਤਾਂ ਦੂਸਰਾ ਜਿਹੜਾ ਆਧਾਰ ਆ ਜਾਂਦਾ ਹੈ ਆਪਣੇ ਕੋਲੇ, ਉਹ ਆ ਜਾਂਦਾ ਹੈ ਮਾਨਸਿਕ ਆਧਾਰ। ਮਾਨਸਿਕ ਆਧਾਰ ਦਾ ਮਤਲਬ ਕੀ ਹੋ ਗਿਆ ਕਿ ਆਪਣੇ ਮਨ ਦੇ ਵਿੱਚ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਆਪਣੇ ਮਾਈਂਡ ਦੇ ਵਿੱਚ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੇ ਕੋਲ ਕੁਝ ਹੋਏਗਾ ਤਾਂ ਹੀ ਉਹਨੂੰ ਦੱਸੋਗੇ। ਹੁਣ ਮੇਰੇ ਕੋਲ ਕੁਝ ਹੈ ਤੁਹਾਨੂੰ ਦੱਸਣ ਲਈ, ਤਾਂ ਹੀ ਮੈਂ ਇੱਥੇ ਆਪਣੇ ਵਿਚਾਰ ਰੱਖ ਪਾ ਰਹੀ ਹਾਂ। ਸਿੰਪਲ, ਵੈਰੀ ਈਜ਼ੀ ਥਿੰਗ, ਠੀਕ ਹੈ। ਤਾਂ ਇਹ ਕੀ ਹੈ? ਮਨ ਦੇ ਵਿੱਚ ਵਿਚਾਰਾਂ ਦਾ ਪੈਦਾ ਹੋਣਾ। ਵਿਚਾਰ ਕਿਹਦੇ ਵਿੱਚ ਪੈਦਾ ਹੁੰਦੇ ਆ? ਮਨ ਦੇ ਵਿੱਚ, ਮਾਈਂਡ ਦੇ ਵਿੱਚ, ਦਿਮਾਗ ਦੇ ਵਿੱਚ। ਤਾਂ ਉਹਨੂੰ ਆਪਾਂ ਕੀ ਕਹਿੰਦੇ ਆ? ਮਾਨਸਿਕ ਆਧਾਰ ਕਹਿੰਦੇ ਆ, ਠੀਕ ਹੈ। ਆਪਣੀ ਵਰਡਿੰਗ ਦੇ ਵਿੱਚ ਅਗਰ ਤੁਸੀਂ ਨੋਟਸ ਨਹੀਂ ਬਣਾ ਰਹੇ ਦੈਨ ਰਿਕੁਐਸਟ ਹੈ ਨੋਟਸ ਬਣਾਓ। ਨੋਟਬੁੱਕ ਲਓ, ਪੈਨ ਲਓ, ਸ਼ੁਰੂ ਤੋਂ ਕਰ ਦਿਓ ਸ਼ੁਰੂ, ਤੇ ਨੋਟਸ ਬਣਾਉਣਾ ਸ਼ੁਰੂ ਕਰ ਦਿਓ। ਜੋ ਵੀ ਮੈਂ ਬੋਲ ਰਹੀ ਹਾਂ ਆਪਣੀ ਵਰਡਿੰਗ ਦੇ ਵਿੱਚ ਲਿਖਣਾ ਸ਼ੁਰੂ ਕਰ ਦਿਓ, ਠੀਕ ਹੈ। ਥਰਡ, ਅਗਰ ਆਪਾਂ ਗੱਲ ਕਰੀਏ ਸਮਾਜਿਕ, ਜਿਵੇਂ ਹੁਣ ਮੈਂ ਸੋਚ ਰਹੀ ਹਾਂ ਕਿ ਮੈਂ ਕੁਝ ਦੱਸਣਾ ਹੈ, ਮੇਰੇ ਮਾਈਂਡ ਦੇ ਵਿੱਚ ਵਿਚਾਰ ਹੈਗੇ ਨੇ, ਮੈਂ ਵਧੀਆ ਬੋਲ ਵੀ ਸਕਦੀ ਹਾਂ, ਲਿਖ ਵੀ ਸਕਦੀ ਹਾਂ। ਕਿਹਦੇ ਨਾਲ ਗੱਲ ਕਰੀਏ ਜਦੋਂ ਮੇਰੇ ਆਲੇ ਦੁਆਲੇ ਕੋਈ ਪਰਸਨ ਹੀ ਨਹੀਂ ਹੈਗਾ? ਤਾਂ ਸਾਹਮਣੇ ਕੋਈ ਨਾ ਕੋਈ ਹੋਣਾ ਜ਼ਰੂਰੀ ਹੈ। ਸਮਾਜ ਦੇ ਵਿੱਚ ਤੁਹਾਨੂੰ ਆਉਣਾ ਹੀ ਪਏਗਾ ਜੇਕਰ ਤੁਹਾਡੇ ਮਨ ਦੇ ਵਿੱਚ ਵਿਚਾਰ ਨੇ, ਆਪਣੇ ਵਿਚਾਰਾਂ ਨੂੰ ਸਾਂਝਾ ਕਰਨ ਦੇ ਲਈ। ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ, ਦੋਸਤਾਂ ਦੇ ਵਿੱਚ ਵਿਚਰਨਾ ਹੀ ਪਏਗਾ। ਤਾਂ ਉਹ ਆਪਣੇ ਕੋਲ ਕੀ ਹੁੰਦਾ ਹੈ ਜੀ? ਸਮਾਜਿਕ ਆਧਾਰ ਹੁੰਦਾ ਹੈ। ਸਮਾਜਿਕ ਆਧਾਰ ਕੀ ਹੈ ਕਿ ਤੁਹਾਨੂੰ ਲੋਕਾਂ ਦੇ ਸੰਪਰਕ ਵਿੱਚ, ਸਮਾਜ ਦੇ ਸੰਪਰਕ ਵਿੱਚ ਆਉਣਾ ਹੀ ਪਏਗਾ। ਦੈਟ ਇਜ਼ ਯੂਅਰ ਥਰਡ ਨੈਸੈਸਰੀ ਕੰਡੀਸ਼ਨ, ਠੀਕ ਹੈ ਜੀ। ਕਲੀਅਰ ਹੈ? ਉਮੀਦ ਹੈ ਤਿੰਨੋਂ ਆਧਾਰ ਤੁਹਾਨੂੰ ਕਲੀਅਰ ਹੋਣਗੇ। ਸਟਿਲ ਕੋਈ ਡਾਊਟ ਹੈ, ਯੂ ਕੈਨ ਆਸਕ ਇਨ ਦ ਕਮੈਂਟ ਸੈਕਸ਼ਨ। ਨੈਕਸਟ ਅਗਰ ਆਪਾਂ ਗੱਲ ਕਰੀਏ, ਇੱਥੇ ਆਪਾਂ ਜ਼ਿਆਦਾ ਨਹੀਂ ਕਰਾਂਗੇ, 2 ਚੀਜ਼ਾਂ ਹੋਰ ਕਰਾਂਗੇ, ਠੀਕ ਹੈ। ਹਾਂਜੀ, ਤਾਂ ਅਗਲਾ ਜੋ ਆਪਣਾ ਟੌਪਿਕ ਆ ਜਾਂਦਾ ਹੈ ਦੈਟ ਇਜ਼ ਮਾਤ ਭਾਸ਼ਾ। ਮੋਸਟ ਇੰਪੋਰਟੈਂਟ ਟੌਪਿਕ। ਤੁਹਾਨੂੰ ਹਮੇਸ਼ਾ ਇਹ ਕੁਐਸਚਨ ਕਿਤੇ ਨਾ ਕਿਤੇ ਕਈ ਵਾਰੀ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਿਆ ਹੀ ਹੋਊਗਾ ਕਿ ਬੱਚੇ ਦੀ ਸਭ ਤੋਂ ਪਹਿਲੀ ਭਾਸ਼ਾ ਕਿਹੜੀ ਹੁੰਦੀ ਹੈ। ਛੋਟਾ ਜਿਹਾ ਬੱਚਾ ਹਲੇ ਉਹਨੇ ਬੋਲਣਾ ਵੀ ਨਹੀਂ ਸ਼ੁਰੂ ਕੀਤਾ, ਠੀਕ ਹੈ। ਬਟ ਤੁਸੀਂ ਇੱਕ ਗੱਲ ਨੋਟ ਕਰਿਓ, ਤੁਹਾਨੂੰ ਆਲਰੇਡੀ ਨੋਟ ਤਾਂ ਕੀ ਕਰਨਾ, ਤੁਹਾਨੂੰ ਆਲਰੇਡੀ ਪਤਾ ਹੀ ਹੋਏਗਾ ਕਿ ਅਗਰ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ, ਠੀਕ ਹੈ, ਬੱਚੇ ਪੰਜਾਬ ਦੇ ਵਿੱਚ ਪੈਦਾ ਹੋਏ ਨੇ, ਤਾਂ ਬੱਚੇ ਕੀ ਬੋਲਣਾ ਸ਼ੁਰੂ ਕਰ ਦੇਣਗੇ? ਪੰਜਾਬੀ ਬੋਲਣਾ ਸ਼ੁਰੂ ਕਰ ਦੇਣਗੇ। ਅਗਰ ਤੁਸੀਂ ਕਿਸੇ ਬਾਹਰਲੇ ਦੇਸ਼ ਦੇ ਹੋ, ਕੈਨੇਡਾ, ਆਸਟ੍ਰੇਲੀਆ, ਹੈ ਨਾ, ਤੁਸੀਂ ਕਿਸੇ ਦੂਸਰੀ ਕੰਟਰੀ ਦੇ ਵਿੱਚੋਂ, ਤਾਂ ਬੱਚੇ ਉਸ ਅਕੋਰਡਿੰਗ, ਹੁਣ ਫੋਰ ਐਗਜ਼ਾਮਪਲ ਲੈ ਲਈਏ ਆਪਾਂ ਕਿ ਬਹੁਤ ਸਾਰੇ ਬੱਚੇ ਪਰਸਨ ਨੇ ਜੋ ਕੈਨੇਡਾ ਗਏ ਹੋਏ ਨੇ, ਠੀਕ ਹੈ, ਉਹਨਾਂ ਦੇ ਬੱਚੇ ਪੰਜਾਬੀ ਵੀ ਜਾਣਦੇ ਨੇ ਔਰ ਉਹਨਾਂ ਦੇ ਬੱਚੇ ਇੰਗਲਿਸ਼ ਵੀ ਜਾਣਦੇ ਨੇ। ਇਸ ਦਾ ਰੀਜ਼ਨ ਕੀ ਹੋ ਗਿਆ? ਉਹਨਾਂ ਦੇ ਬੱਚੇ ਪੰਜਾਬੀ ਕਿਉਂ ਜਾਣਦੇ ਨੇ? ਕਿਉਂਕਿ ਉਹਨਾਂ ਦੇ ਪੇਰੈਂਟਸ ਪੰਜਾਬੀ ਨੇ, ਉਹਨਾਂ ਦੇ ਪੇਰੈਂਟਸ ਪੰਜਾਬੀ ਨੇ। ਸਭ ਤੋਂ ਪਹਿਲੀ ਲੈਂਗੁਏਜ ਜਿਹੜੀ ਉਹਨੇ ਸਿੱਖੀ ਹੈ ਉਹ ਕਿਹੜੀ ਸਿੱਖੀ ਹੈ? ਪੰਜਾਬੀ ਸਿੱਖੀ ਹੈ, ਠੀਕ ਹੈ। ਔਰ ਅਗਰ ਆਪਾਂ ਗੱਲ ਕਰੀਏ ਉਹਦੇ ਇਨਵਾਇਰਮੈਂਟ ਦੇ ਵਿੱਚ, ਸਕੂਲ ਦੇ ਵਿੱਚ ਸਾਰੇ ਕਿਤੇ ਕੀ ਚੱਲ ਰਹੀ ਹੈ? ਇੰਗਲਿਸ਼ ਚੱਲ ਰਹੀ ਹੈ, ਇਸ ਲਈ ਉਹਨੂੰ ਇੰਗਲਿਸ਼ ਵੀ ਬਹੁਤ ਵਧੀਆ ਤਰੀਕੇ ਨਾਲ ਆਉਂਦੀ ਹੈ। ਤਾਂ ਮਾਤ ਭਾਸ਼ਾ ਕਿਹੜੀ ਹੁੰਦੀ ਹੈ? ਜਿਹੜੀ ਸਭ ਤੋਂ ਪਹਿਲੀ ਲੈਂਗੁਏਜ ਬੱਚਾ ਆਪਣੇ ਪੇਰੈਂਟਸ ਤੋਂ ਸਿੱਖਦਾ, ਔਰ ਉਹਦੇ ਪੇਰੈਂਟਸ ਜਿਹੜੀ ਭਾਸ਼ਾ ਨੂੰ ਯੂਜ਼ ਕਰਦੇ ਹੋਣਗੇ, ਜਿਹੜੀ ਭਾਸ਼ਾ ਉਹਨੂੰ ਸਿਖਾਉਣ ਦੀ ਕੋਸ਼ਿਸ਼ ਕਰਨਗੇ, ਜਿਹੜੀ ਭਾਸ਼ਾ ਦੇ ਵਿੱਚ ਆਪ ਗੱਲ ਕਰਦੇ ਹੋਣਗੇ, ਉਹੀ ਭਾਸ਼ਾ ਬੱਚੇ ਦੀ ਕੀ ਹੁੰਦੀ ਹੈ? ਮਾਤ ਭਾਸ਼ਾ ਹੁੰਦੀ ਹੈ, ਠੀਕ ਹੈ। ਹੁਣ ਅਗਰ ਆਪਾਂ ਗੱਲ ਕਰੀਏ, ਜਿਵੇਂ ਕਿ ਇੱਥੇ ਮਾਤ ਭਾਸ਼ਾ ਲਿਖਿਆ ਹੋਇਆ, ਜੋ ਬੱਚਾ ਆਪਣੇ ਪਰਿਵਾਰ ਤੋਂ ਕੁਦਰਤੀ ਤੇ ਸਹਿਜ ਸੁਭਾਵਿਕ ਸਿੱਖਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ? ਮਾਤ ਭਾਸ਼ਾ ਕਿਹਾ ਜਾਂਦਾ ਹੈ। ਕੁਦਰਤੀ ਇਨ ਦਾ ਸੈਂਸ, ਆਪਾਂ ਬੱਚੇ ਨੂੰ ਕੋਈ ਨੋਟਬੁੱਕ ਲੈ ਕੇ ਨਹੀਂ ਬਿਠਾਉਂਦੇ ਕਿ ਪਹਿਲਾਂ ਇੱਥੇ ਕਿਰਿਆ ਲੱਗੂਗੀ, ਇੱਥੇ ਵਿਸ਼ੇਸ਼ਣ ਲੱਗੂਗਾ, ਇੱਦਾਂ ਦਾ ਕੁਛ ਵੀ ਨਹੀਂ ਹੁੰਦਾ। ਤੁਸੀਂ ਸੋਚ ਕੇ ਦੇਖੋ, 2-3 ਸਾਲ ਦਾ ਬੱਚਾ ਬਹੁਤ ਹੀ ਸਹੀ ਗ੍ਰਾਮਰ ਨੂੰ ਯੂਜ਼ ਕਰਦਾ, ਬਹੁਤ ਹੀ ਸਟੀਕ ਤਰੀਕੇ ਨਾਲ ਬੋਲਦਾ ਅਤੇ ਬਹੁਤ ਹੀ ਵਧੀਆ ਉਹ ਹਰ ਇੱਕ ਚੀਜ਼ ਨੂੰ ਪ੍ਰੋਨਾਊਂਸ ਕਰਨਾ ਸ਼ੁਰੂ ਕਰ ਦਿੰਦਾ, ਜਦ ਕਿ ਉਹਨੂੰ ਕਿਤੇ ਨਹੀਂ ਸਿਖਾਇਆ ਜਾਂਦਾ ਕਿ ਇਹ ਕਾਰਕ ਹੈ, ਇਹ ਨਾਮ ਹੈ, ਪੜਨਾਮ ਹੈ, ਕੋਈ ਗ੍ਰਾਮਰ ਨਹੀਂ ਸਿਖਾਈ ਜਾਂਦੀ, ਕੋਈ ਕੁਛ ਨਹੀਂ ਸਿਖਾਇਆ ਜਾਂਦਾ। ਤੁਹਾਨੂੰ ਦੇਖ ਕੇ ਤੁਹਾਨੂੰ ਕਾਪੀ ਕਰਕੇ ਉਹ ਬੋਲਣਾ ਸ਼ੁਰੂ ਕਰ ਦਿੰਦਾ ਔਰ ਬਹੁਤ ਹੀ ਵਧੀਆ ਪੰਜਾਬੀ ਉਹ ਸਿੱਖ ਲੈਂਦਾ।
ਸਮਝ ਗਏ। ਜਦਕਿ ਉਹ ਹਲੇ ਲਿਖਣਾ ਵੀ ਨਹੀਂ ਸਿੱਖਿਆ ਹੁੰਦਾ, ਬਟ ਉਹ ਭਾਸ਼ਾ ਬਹੁਤ ਵਧੀਆ ਤਰੀਕੇ ਨਾਲ ਉਸਦੀ ਪਕੜ ਜੋ ਹੈ ਭਾਸ਼ਾ ਦੇ ਉੱਪਰ ਮਜ਼ਬੂਤ ਹੋ ਜਾਂਦੀ ਹੈ। ਤਾਂ ਮਤਲਬ ਜਿਹੜੀ ਮਾਤ ਭਾਸ਼ਾ ਹੁੰਦੀ ਹੈ ਉਹ ਬੱਚਾ ਆਪਣੇ ਪਰਿਵਾਰ ਤੋਂ ਸਿੱਖਦਾ, ਬਹੁਤ ਹੀ ਨੈਚੁਰਲੀ ਵੇ ਨਾਲ ਸਿੱਖਦਾ ਹੈ। ਠੀਕ ਹੈ, ਕਿਵੇਂ ਸਿੱਖਦਾ? ਜਿਵੇਂ ਕਿ ਆਪਾਂ ਮੋਸਟਲੀ ਬੱਚੇ ਨੂੰ ਕਹਿੰਦੇ ਰਹਿੰਦੇ ਹਾਂ ਕਿ ਬੱਚੇ ਮੰਮਾ ਬੋਲੋ, ਪਾਪਾ ਬੋਲੋ, ਹੈ ਨਾ। ਤਾਂ ਤੁਹਾਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹੈ ਹਮੇਸ਼ਾ। ਜਿਹੜੀ ਮਾਤ ਭਾਸ਼ਾ ਹੁੰਦੀ ਹੈ ਤੁਹਾਨੂੰ ਦੱਸ ਦਿੱਤਾ ਜਾਵੇ ਨਕਲ ਦੇ ਨਾਲ ਸਿੱਖੀ ਜਾਂਦੀ ਹੁੰਦੀ ਹੈ। ਬੱਚਾ ਤੁਹਾਨੂੰ ਕਾਪੀ ਕਰਦਾ, ਇਮੀਟੇਸ਼ਨ ਕਰਦਾ, ਨਕਲ ਕਰਨ ਦੀ ਕੋਸ਼ਿਸ਼ ਕਰਦਾ ਤੁਹਾਡੀ। ਜਿਵੇਂ ਜਿਵੇਂ ਤੁਸੀਂ ਉਸਨੂੰ ਸਿਖਾਉਂਦੇ ਹੋ ਉਹ ਪਹਿਲਾਂ ਪੂਰੀ ਕੋਸ਼ਿਸ਼ ਕਰੇਗਾ ਕਿ ਉਹ ਤੁਹਾਡੀ ਕਾਪੀ ਕਰੇ, ਨਕਲ ਕਰੇ ਤੁਹਾਡੀ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਉਸੇ ਤਰੀਕੇ ਨਾਲ ਬੋਲਣਾ ਸ਼ੁਰੂ ਕਰ ਦਿੰਦਾ ਹੈ। ਉਹੀ ਤਰੀਕਾ ਹੋ ਜਾਂਦਾ ਹੈ ਕੁਦਰਤੀ, ਸਹਿਜ ਸੁਭਾਵਿਕ, ਮਤਲਬ ਬਹੁਤ ਹੀ ਨੈਚੁਰਲੀ ਵੇ ਨਾਲ ਸਿੱਖਦਾ ਹੈ। ਠੀਕ ਹੈ, ਕਿਵੇਂ ਸਿੱਖਦਾ ਹੈ? ਹੱਸਦੇ ਖੇਡਦੇ ਟੱਪਦੇ ਨੱਚਦੇ ਆਸਾਨੀ ਨਾਲ ਸਿੱਖ ਲੈਂਦਾ। ਕੋਈ ਉਹਦੇ ਵਿੱਚ ਉਹਨੂੰ ਐਫਰਟਸ ਨਹੀਂ ਕਰਨੇ ਪੈਂਦੇ, ਕੋਈ ਟਾਈਮ ਟਿਊਸ਼ਨ ਨਹੀਂ ਲਾਉਣਾ ਪੈਂਦਾ, ਕੋਈ ਮਿਹਨਤ ਨਹੀਂ ਕਰਨੀ ਪੈਂਦੀ, ਬਸ ਨੈਚੁਰਲੀ ਸਿੱਖ ਲੈਂਦਾ। ਉਹਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਉਹ ਇੰਨੀ ਵਧੀਆ ਪੰਜਾਬੀ ਬੋਲਣੀ ਸ਼ੁਰੂ ਕਰ ਦਿੰਦਾ ਜਾਂ ਕੋਈ ਵੀ ਆਪਣੀ ਮਦਰ ਟੰਗ ਬੋਲਣੀ ਸ਼ੁਰੂ ਕਰ ਦਿੰਦਾ। ਠੀਕ ਹੈ, ਮਾਤ ਭਾਸ਼ਾ ਸਿੱਖਣ ਦੀ ਇਹ ਜਿਹੜੀ ਇਹ ਕੁਦਰਤੀ ਲਿਖਿਆ ਹੋਇਆ। ਠੀਕ ਹੈ, ਇਸ ਕੁਦਰਤੀ ਪ੍ਰਕਿਰਿਆ ਨੂੰ ਆਪਾਂ ਕੀ ਕਹਿੰਦੇ ਹਾਂ? ਭਾਸ਼ਾ ਪ੍ਰਾਪਤ ਕਰਨਾ। ਜੇਕਰ ਤੁਹਾਨੂੰ ਐਗਜ਼ਾਮ ਦੇ ਵਿੱਚ ਲਿਖਿਆ ਹੋਇਆ ਆ ਜਾਵੇ ਕਿ ਭਾਸ਼ਾ ਸਿੱਖਦਾ ਹੈ, ਤਾਂ ਸਿੱਖਣਾ ਵਰਡ ਮਾਤ ਭਾਸ਼ਾ ਲਈ ਯੂਜ਼ ਨਹੀਂ ਹੋਊਗਾ, ਕਿਉਂਕਿ ਬੱਚਾ ਇੱਥੇ ਸਿੱਖ ਨਹੀਂ ਰਿਹਾ। ਸਮਝ ਰਹੇ ਹੋ ਮੇਰੀ ਗੱਲ ਨੂੰ? ਤਾਂ ਬੱਚਾ ਇੱਥੇ ਸਿੱਖ ਨਹੀਂ ਰਿਹਾ, ਬੱਚਾ ਇੱਥੇ ਆਪਣੇ ਆਪ ਗ੍ਰਹਿਣ ਕਰ ਰਿਹਾ ਹੈ, ਆਪਣੇ ਆਪ ਪ੍ਰਾਪਤ ਕਰ ਰਿਹਾ ਹੈ। ਤਾਂ ਜਿਹੜਾ ਸਿੱਖਣਾ ਵਰਡ ਹੈ ਉਹ ਸੈਕਿੰਡ ਲੈਂਗੁਏਜ ਲਈ ਯੂਜ਼ ਕੀਤਾ ਜਾਂਦਾ ਹੈ। ਫਸਟ ਲੈਂਗੁਏਜ ਲਈ ਕਿਹੜੇ ਵਰਡ ਯੂਜ਼ ਕੀਤੇ ਜਾਂਦੇ ਨੇ? ਮੈਂ ਸਪੈਸ਼ਲੀ ਤੁਹਾਡੇ ਲਈ ਲਿਖੇ ਨੇ। ਪ੍ਰਾਪਤ ਕਰਨਾ, ਠੀਕ ਹੈ ਜੀ। ਅਰਜਨ ਕਰਨਾ, ਅਰਜਿਤ ਕਰਨਾ। ਮੋਸਟਲੀ ਅਰਜਨ ਕਰਨਾ ਜਾਂ ਅਰਜਿਤ ਕਰਨਾ ਵਰਡ ਆਪਾਂ ਨੂੰ ਨਹੀਂ ਪਤਾ ਹੁੰਦਾ, ਤਾਂ ਨੋਟ ਕਰ ਲਓ। ਗਿਆਨ ਪ੍ਰਾਪਤ ਕਰਨਾ, ਉਹ ਆਲਰੇਡੀ ਗਿਆਨ ਪ੍ਰਾਪਤ ਕਰ ਰਿਹਾ ਹੈ। ਠੀਕ ਹੈ, ਅਖਤਿਆਰ ਕਰਨਾ, ਗ੍ਰਹਿਣਸ਼ੀਲਤਾ, ਇਹ ਸਾਰੇ ਵਰਡ ਯੂਜ਼ ਹੋਣਗੇ ਫਸਟ ਲੈਂਗੁਏਜ ਲਈ। ਅਗਰ ਆਪਾਂ ਕਹਿ ਰਹੇ ਹਾਂ ਕਿ ਬੱਚਾ ਭਾਸ਼ਾ ਸਿੱਖਦਾ ਹੈ ਤਾਂ ਉਹਦੇ ਲਈ ਆਪਾਂ ਸੈਕਿੰਡ ਲੈਂਗੁਏਜ ਯੂਜ਼ ਕਰਾਂਗੇ, ਨਾ ਕਿ ਮਾਤ ਭਾਸ਼ਾ। ਠੀਕ ਹੈ ਜੀ, ਕਲੀਅਰ ਹੋਇਆ? ਚਲੋ, ਉਮੀਦ ਹੈ ਇਹ ਚੀਜ਼ਾਂ ਕਲੀਅਰ ਹੋਣਗੀਆਂ। ਫਿਰ ਹੁਣ ਇੱਥੇ ਗੱਲ ਆ ਜਾਂਦੀ ਹੈ ਦੁਬਾਰਾ ਸੈਕਿੰਡ ਕਿਹੜੀ ਆ ਜਾਂਦੀ ਹੈ ਆਪਣੇ ਕੋਲ? ਭਾਸ਼ਾ ਸਿੱਖਣਾ। ਹੁਣ ਜਦੋਂ ਉਹਨੇ ਪਹਿਲੀ ਭਾਸ਼ਾ ਪੰਜਾਬੀ ਭਾਸ਼ਾ, ਉਹਨੂੰ ਫੋਰ ਐਗਜ਼ਾਮਪਲ ਪੰਜਾਬ ਦੀ ਗੱਲ ਕਰ ਲੈਂਦੇ ਹਾਂ, ਪੰਜਾਬੀ ਬੱਚੇ ਦੀ ਗੱਲ ਕਰ ਲੈਂਦੇ ਹਾਂ, ਤਾਂ ਫਸਟ ਟੰਗ ਉਹਦੀ ਪੰਜਾਬੀ ਹੋਏਗੀ, ਹੈ ਨਾ। ਤਾਂ ਉਹ ਉਹਨੂੰ ਪਤਾ ਲੱਗ ਗਈ, ਈਜ਼ੀਲੀ ਬੋਲਣ ਲੱਗ ਗਿਆ। ਫਿਰ ਤੁਸੀਂ ਕੀ ਕਰੋਗੇ? 2-3 ਸਾਲ ਦਾ ਬੱਚਾ ਜਦੋਂ ਹੋ ਜਾਏਗਾ, ਉਹਨੂੰ ਤੁਸੀਂ ਸਕੂਲ ਦੇ ਵਿੱਚ ਭੇਜਣਾ ਸ਼ੁਰੂ ਕਰ ਦੋਗੇ। ਤਾਂ ਸਕੂਲ ਦੇ ਵਿੱਚ ਤੁਸੀਂ ਦੇਖੋਗੇ ਕਿ ਬੱਚੇ ਨੂੰ ਹਿੰਦੀ ਵੀ ਸਿਖਾਈ ਜਾ ਰਹੀ ਹੈ, ਬੱਚੇ ਨੂੰ ਇੰਗਲਿਸ਼ ਵੀ ਸਿਖਾਈ ਜਾ ਰਹੀ ਹੈ। ਮੋਸਟ ਆਫ ਦਾ ਇਨਵਾਇਰਮੈਂਟ ਅੱਜ ਕੱਲ੍ਹ ਦੇ ਸਕੂਲਾਂ ਦਾ ਕੀ ਹੋ ਗਿਆ, ICSE ਬੋਰਡ ਜਾਂ CBSE ਬੋਰਡ ਦੇ ਸਕੂਲਸ ਦਾ, ਕਿ ਸਕੂਲ ਦੇ ਵਿੱਚ ਹਿੰਦੀ ਲੈਂਗੁਏਜ ਦਾ ਯੂਜ਼ ਕੀਤਾ ਜਾਵੇ ਜਾਂ ਸਕੂਲ ਦੇ ਵਿੱਚ ਇੰਗਲਿਸ਼ ਲੈਂਗੁਏਜ ਦਾ ਯੂਜ਼ ਕੀਤਾ ਜਾਵੇ। ਬੱਚੇ ਨਾਲ ਗੱਲਬਾਤ ਇੰਗਲਿਸ਼ ਜਾਂ ਹਿੰਦੀ ਦੇ ਵਿੱਚ ਕੀਤੀ ਜਾਵੇ। ਇਹਦਾ ਰੀਜ਼ਨ ਕੀ ਹੈ? ਕਿਉਂਕਿ ਜਿਵੇਂ ਆਪਾਂ ਨੈਚੁਰਲ ਇਨਵਾਇਰਮੈਂਟ ਘਰੇ ਬਣਾਉਂਦੇ ਹਾਂ, ਹੈ ਨਾ, ਨੈਚੁਰਲੀ ਬਣਾਉਂਦੇ ਤਾਂ ਕੀ ਹੈ, ਨੈਚੁਰਲੀ ਹੁੰਦਾ ਹੀ ਹੈ, ਪੰਜਾਬੀ ਬੋਲਦੇ ਹਾਂ ਤਾਂ ਬੱਚੇ ਪੰਜਾਬੀ ਸਿੱਖ ਲੈਂਦੇ ਨੇ। ਉਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਕੂਲ ਦੇ ਵਿੱਚ ਇੱਦਾਂ ਦਾ ਇਨਵਾਇਰਮੈਂਟ ਬਣਾਇਆ ਜਾਵੇ ਕਿ ਉਸੇ ਵੇ ਦੇ ਨਾਲ ਬੱਚੇ ਪੰਜਾਬੀ ਅਤੇ ਇੰਗਲਿਸ਼ ਵੀ ਸਿੱਖ ਸਕਣ। ਠੀਕ ਹੈ, ਤਾਂ ਉਹ ਕੀ ਹੋ ਗਿਆ? ਭਾਸ਼ਾ ਸਿੱਖਣਾ ਹੋ ਗਿਆ, ਜਿਹਦੇ ਵਿੱਚ ਬੱਚੇ ਨੂੰ ਕੀ ਕਰਨੀ ਪੈ ਰਹੀ ਹੈ? ਐਫਰਟਸ ਲਗਾਉਣੇ ਪੈ ਰਹੇ ਨੇ। ਸਪੈਸ਼ਲ ਇੱਕ ਇਨਵਾਇਰਮੈਂਟ ਕ੍ਰੀਏਟ ਕੀਤਾ ਜਾ ਰਿਹਾ। ਹੁਣ ਇੱਥੇ ਸਕੂਲ ਦੇ ਵਿੱਚ ਸਪੈਸ਼ਲ ਇੱਕ ਇਨਵਾਇਰਮੈਂਟ ਬਣਾਇਆ ਜਾ ਰਿਹਾ, ਨੈਚੁਰਲੀ ਨਹੀਂ ਹੈਗਾ। ਨੈਚੁਰਲੀ ਅਗਰ ਖੁੱਲ੍ਹਾ ਛੱਡ ਦਿੱਤਾ ਜਾਵੇ ਟੀਚਰਸ ਨੂੰ, ਤੇ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਹੀ ਗੱਲ ਕਰਨਗੇ। ਬਟ ਇੱਕ ਸਪੈਸ਼ਲ ਰਿਸਟ੍ਰਿਕਸ਼ਨਸ ਹੁੰਦੀਆਂ, ਬਣਾਇਆ ਜਾਂਦਾ ਵੀ ਹਾਂਜੀ ਬੱਚਿਆਂ ਨਾਲ ਪੰਜਾਬੀ ਅਤੇ ਹਿੰਦੀ ਅਤੇ ਇੰਗਲਿਸ਼ ਦੇ ਵਿੱਚ ਹੀ ਗੱਲ ਕਰਨੀ ਹੈ। ਉਹ ਸਾਰੀਆਂ ਚੀਜ਼ਾਂ, ਹੈ ਨਾ। ਤਾਂ ਭਾਸ਼ਾ ਸਿੱਖਣਾ ਦੇ ਵਿੱਚ ਕੀ ਆ ਜਾਂਦਾ ਹੈ? ਜਦੋਂ ਬੱਚਾ ਸਕੂਲ ਦੇ ਵਿੱਚ ਚਲਾ ਜਾਂਦਾ ਤਾਂ ਇੱਕ ਸਪੈਸ਼ਲ ਇਨਵਾਇਰਮੈਂਟ ਉੱਥੇ ਉਹਨੂੰ ਦੇਖਣ ਨੂੰ ਮਿਲਦਾ, ਇੱਕ ਸਪੈਸ਼ਲ ਅਨੁਸ਼ਾਸਨ ਉੱਥੇ ਉਹਨੂੰ ਦੇਖਣ ਨੂੰ ਮਿਲਦਾ, ਡਿਸਿਪਲਿਨ ਦੇਖਣ ਨੂੰ ਮਿਲਦਾ, ਹੈ ਨਾ। ਕਿ ਤੁਸੀਂ ਪੰਜਾਬੀ ਨਹੀਂ ਬੋਲਣੀ, ਤੁਸੀਂ ਇੱਦਾਂ ਇੰਗਲਿਸ਼ ਦੇ ਵਿੱਚ ਹੀ ਗੱਲ ਕਰਨੀ ਹੈ, ਜਾਂ ਰੂਲਸ ਰੈਗੂਲੇਸ਼ਨ ਉਸਨੂੰ ABCD ਸਿਖਾਇਆ ਜਾਂਦਾ ਨਰਸਰੀ ਕਲਾਸ ਦੇ ਨਰਸਰੀ ਕਲਾਸ ਦੇ ਬੱਚਿਆਂ ਨੂੰ। ਤਾਂ ਪ੍ਰੋਪਰ ਇੱਕ ਇਨਵਾਇਰਮੈਂਟ ਬਣਾਇਆ ਜਾਂਦਾ ਉਹਦੇ ਲਈ। ਤਾਂ ਉਹਦੇ ਵਿੱਚ ਜਦੋਂ ਉਹ ਭਾਸ਼ਾ ਨੂੰ ਸਿੱਖਦਾ ਹੈ, ਹੁਣ ਉਹ ਭਾਸ਼ਾ ਨੂੰ ਸਿੱਖ ਰਿਹਾ, ਪ੍ਰਾਪਤ ਨਹੀਂ ਕਰ ਰਿਹਾ, ਹੁਣ ਉਹ ਐਫਰਟਸ ਲਗਾ ਰਿਹਾ, ਤਾਂ ਉਹ ਕੀ ਹੋ ਗਿਆ? ਭਾਸ਼ਾ ਸਿੱਖਣਾ। ਡਿਫਰੈਂਸ ਕਲੀਅਰ ਹੋ ਗਿਆ ਹੋਏਗਾ ਤੁਹਾਡਾ ਮਾਤ ਭਾਸ਼ਾ ਦੇ ਵਿੱਚ ਅਤੇ ਸੈਕਿੰਡ ਲੈਂਗੁਏਜ ਦੇ ਵਿੱਚ। ਆਈ ਹੋਪ ਸੈਕਿੰਡ ਲੈਂਗੁਏਜ ਕੋਈ ਵੀ ਹੋ ਸਕਦੀ ਹੈ, ਬਟ ਮਾਤ ਭਾਸ਼ਾ ਉਹੀ ਹੁੰਦੀ ਹੈ ਜੋ ਉਸਦੇ ਨੈਚੁਰਲ ਇਨਵਾਇਰਮੈਂਟ ਦੇ ਵਿੱਚ ਬੋਲੀ ਜਾਂਦੀ ਹੈ। ਠੀਕ ਹੈ, ਅਧਿਆਪਕਾਂ ਦੀ ਸਹਾਇਤਾ ਦੇ ਨਾਲ। ਹੁਣ ਇੱਥੇ ਜਿਹੜਾ ਬੱਚਾ ਭਾਸ਼ਾ ਨੂੰ ਸਿੱਖ ਰਿਹਾ, ਕਿਵੇਂ ਸਿੱਖ ਰਿਹਾ? ਟੀਚਰਸ ਦੀ ਹੈਲਪ ਦੇ ਨਾਲ ਸਿੱਖ ਰਿਹਾ ਜੀ। ਠੀਕ ਹੈ, ਅਧਿਆਪਕਾਂ ਦੀ ਸਹਾਇਤਾ ਦੇ ਨਾਲ ਕੀ ਕਰਦਾ? ਉਹ ਗਿਆਨ ਪ੍ਰਾਪਤ ਕਰਦਾ, ਅਨੁਭਵ ਹੁੰਦਾ, ਉਹਨੂੰ ਹੌਲੀ ਹੌਲੀ ਐਕਸਪੀਰੀਅੰਸ ਹੁੰਦਾ। ਇੱਕ ਦਿਨ ਉਹਨੂੰ ਮੁਸ਼ਕਿਲ ਲੱਗੇਗਾ, 2 ਦਿਨ ਮੁਸ਼ਕਿਲ ਲੱਗੇਗਾ, ਹੋ ਸਕਦਾ ਹਫ਼ਤਾ ਮੁਸ਼ਕਿਲ ਲੱਗੇ, ਫਿਰ ਹੌਲੀ ਹੌਲੀ ਉਹ ਐਕਸਪੀਰੀਅੰਸ ਕਰਨਾ ਸ਼ੁਰੂ ਕਰ ਦਿੰਦਾ, ਸਿੱਖਣਾ ਸ਼ੁਰੂ ਕਰ ਦਿੰਦਾ। ਠੀਕ ਹੈ, ਸਕਿੱਲਸ ਨੂੰ ਯੂਜ਼ ਕਰਦਾ, ਲਿਖਦਾ ਵੀ ਹੈ, ਰਾਈਟਿੰਗ ਸਕਿੱਲ ਵੀ ਯੂਜ਼ ਕਰਦਾ ਹੈ ਨਾ, ਬੋਲਦਾ ਵੀ ਹੈ, ਸਪੀਕਿੰਗ ਸਕਿੱਲ ਵੀ ਯੂਜ਼ ਕਰਦਾ ਹੈ, ਔਰ ਪੜ੍ਹਦਾ ਵੀ ਹੈ, ਰੀਡਿੰਗ ਦੀ ਸਕਿੱਲ ਵੀ ਯੂਜ਼ ਕਰਦਾ, ਹਰ ਤਰੀਕੇ ਦਾ ਕੌਸ਼ਲ ਯੂਜ਼ ਕਰਦਾ, ਹਰ ਤਰੀਕੇ ਦੀ ਸਕਿੱਲ ਉੱਥੋਂ ਸਮਝਾਈ ਜਾਂਦੀ ਹੈ। ਉਹਦੀ ਹੈਲਪ ਨਾਲ ਬੱਚੇ ਨੂੰ ਲੈਂਗੁਏਜ ਸਿਖਾਈ ਜਾਂਦੀ ਹੈ। ਠੀਕ ਹੈ, ਸੂਤਰ ਹੋ ਗਏ, ਸਿਧਾਂਤ ਹੋ ਗਏ, ਐਕਟੀਵਿਟੀਜ਼ ਹੋ ਗਈਆਂ, ਪ੍ਰਯੋਗ ਹੋ ਗਏ। ਠੀਕ ਹੈ, ਲਿਖਣ ਦੇ ਤਰੀਕੇ ਹੋ ਗਏ ਜਾਂ ਕੌਸ਼ਲ ਹੋ ਗਏ, ਉਹਨਾਂ ਨੂੰ ਸਿੱਖਦਾ। ਮਤਲਬ ਬਹੁਤ ਸਾਰੇ ਐਫਰਟਸ ਲਗਾਏ ਜਾਂਦੇ ਨੇ, ਕਿਹਦੀ ਹੈਲਪ ਦੇ ਨਾਲ? ਟੀਚਰ ਦੀ ਹੈਲਪ ਦੇ ਨਾਲ। ਅਤੇ ਆਪਣੇ ਗਿਆਨ ਅਤੇ ਸ਼ਖਸੀਅਤ ਦਾ ਵਿਕਾਸ ਕਰਦਾ। ਇਹਦੇ ਨਾਲ ਉਹਦੀ ਨੌਲੇਜ ਵੀ ਵੱਧਦੀ ਹੈ ਅਤੇ ਸ਼ਖਸੀਅਤ ਵੀ ਵੱਧਦੀ ਹੈ, ਮਤਲਬ ਵਿਕਾਸ ਹੁੰਦਾ ਉਹਦੀ
ਸ਼ਖਸੀਅਤ ਦਾ। ਠੀਕ ਹੈ, ਭਾਸ਼ਾ ਸਿੱਖਣ ਦੀ ਇਸ ਪ੍ਰਕਿਰਿਆ ਨੂੰ ਆਪਾਂ ਕੀ ਕਹਿੰਦੇ ਹਾਂ, ਭਾਸ਼ਾ ਸਿੱਖਣਾ ਕਹਿੰਦੇ ਹਾਂ। ਤਾਂ ਮਾਤ ਭਾਸ਼ਾ ਤੇ ਭਾਸ਼ਾ ਸਿੱਖਣਾ ਦੇ ਵਿੱਚ ਡਿਫਰੈਂਸ ਕਲੀਅਰ ਹੋ ਗਿਆ ਹੋਏਗਾ ਤੁਹਾਡਾ। ਮਾਤ ਭਾਸ਼ਾ ਕੀ ਹੁੰਦੀ ਹੈ, ਨੈਚੁਰਲੀ ਹੁੰਦੀ ਹੈ, ਬਿਨਾਂ ਕਿਸੇ ਐਫਰਟ ਤੋਂ ਹੁੰਦੀ ਹੈ। ਔਰ ਭਾਸ਼ਾ ਸਿੱਖਣਾ ਕੀ ਹੁੰਦਾ, ਭਾਸ਼ਾ ਸਿੱਖਣਾ ਹੁੰਦਾ ਸੈਕਿੰਡ ਲੈਂਗੁਏਜ, ਜਿਹਦੇ ਵਿੱਚ ਬਹੁਤ ਸਾਰੇ ਐਫਰਟਸ ਲਗਾਏ ਜਾਂਦੇ ਨੇ। ਫੋਰ ਐਗਜ਼ਾਮਪਲ, ਸਭ ਤੋਂ ਵੱਡੀ ਐਗਜ਼ਾਮਪਲ ਅਗਰ ਆਪਾਂ ਗੱਲ ਕਰੀਏ, ਅੱਜ ਦੇ ਮੈਨੂੰ ਲੱਗਿਆ ਕਿ ਮੈਨੂੰ ਨਾ ਆਈਲੈਟਸ ਕਰ ਲੈਣੀ ਚਾਹੀਦੀ ਹੈ। ਤਾਂ ਜੇਕਰ ਆਪਾਂ ਆਈਲੈਟਸ ਕਰਨ ਚਲੇ ਗਏ, ਠੀਕ ਹੈ, ਮੈਨੂੰ ਤਾਂ ਇੰਗਲਿਸ਼ ਦਾ ਕੁਝ ਵੀ ਨਹੀਂ ਆਉਂਦਾ, ਹੁਣ ਆਪਾਂ ਕੀ ਕਰੀਏ, ਆਪਾਂ ਆਈਲੈਟਸ ਕਰ ਲੈਂਦੇ ਹਾਂ। ਤਾਂ ਉੱਥੇ ਜਦੋਂ ਜਾ ਕੇ ਆਪਾਂ ਨੂੰ ਦੇਖਣਾ ਪਿਆ ਕਿ ਇੱਦਾਂ ਬੋਲਣਾ ਹੈ, ਇੱਦਾਂ ਪੜ੍ਹਨਾ ਹੈ, ਇੱਧਰ ਲਿਸਨਿੰਗ ਵੀ ਹੁੰਦੀ ਹੈ, ਇੱਧਰ ਰੀਡਿੰਗ ਵੀ ਹੁੰਦੀ ਹੈ, 4 ਮੋਡਿਊਲ ਹੁੰਦੇ ਨੇ। ਤਾਂ ਉਹਦੇ ਵਿੱਚ ਆਪਾਂ ਨੂੰ ਬਹੁਤ ਮਿਹਨਤ ਕਰਨੀ ਪਈ। ਆਪਾਂ ਸੈਕਿੰਡ ਲੈਂਗੁਏਜ ਨੂੰ ਸਿੱਖ ਰਹੇ ਹਾਂ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ, ਹੈ ਨਾ। ਤਾਂ ਐਫਰਟਸ ਲਗਾਉਣੇ ਪੈ ਰਹੇ ਨੇ, ਉਹ ਹੋਏਗੀ ਆਪਣੀ ਦੀ ਸੈਕਿੰਡ ਲੈਂਗੁਏਜ। ਕਲੀਅਰ ਹੋ ਗਿਆ ਜੀ ਸਾਰਿਆਂ ਨੂੰ? ਠੀਕ ਹੈ, ਅੱਜ ਲਈ ਆਪਾਂ ਇੰਨਾ ਹੀ ਕਰਦੇ ਹਾਂ। ਨੈਕਸਟ ਕਲਾਸ ਦੇ ਵਿੱਚ ਤੁਹਾਡਾ ਜਿਹੜਾ ਫਸਟ ਟੌਪਿਕ ਹੈ ਵਿਚ ਇਜ਼ ਭਾਸ਼ਾ, ਉਹਨੂੰ ਆਪਾਂ ਚੰਗੀ ਤਰ੍ਹਾਂ ਕੰਪਲੀਟ ਕਰ ਦੇਵਾਂਗੇ। ਜ਼ਿਆਦਾ ਕੁਛ ਨਹੀਂ ਰਿਹਾ ਇਸ ਦੇ ਵਿੱਚ, ਥੋੜ੍ਹੀ ਜਿਹੀਆਂ ਚੀਜ਼ਾਂ ਹੋਰ ਰਹਿ ਗਈਆਂ, ਜਿਵੇਂ ਨੇਚਰ, ਪ੍ਰਕਿਰਤੀ, ਸੁਭਾਅ, ਇਹ ਸਾਰੀਆਂ ਚੀਜ਼ਾਂ ਰਹਿ ਗਈਆਂ, ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕੰਪਲੀਟ ਕਰ ਦਾਂਗੇ। ਠੀਕ ਹੈ ਜੀ, ਥੋੜ੍ਹਾ ਜਿਹਾ ਬੈਕ ਜਾਂਦੇ ਹਾਂ, ਦੇਖਦੇ ਹਾਂ ਹੁਣ ਤੱਕ ਆਪਾਂ ਕੀ ਪੜ੍ਹਿਆ। ਆਪਾਂ ਨੇ ਸਭ ਤੋਂ ਪਹਿਲਾਂ ਤਾਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਦਿੱਤੀ ਤੁਹਾਨੂੰ। ਭਾਸ਼ਾ ਦੇ ਰੂਪ ਕੀ ਹੁੰਦੇ ਨੇ ਉਹਦੇ ਬਾਰੇ ਪੜ੍ਹਿਆ। ਭਾਸ਼ਾ ਦੇ ਆਧਾਰ ਜੋ ਕਿ 3 ਹੁੰਦੇ ਨੇ, ਭੌਤਿਕ ਆਧਾਰ, ਮਾਨਸਿਕ ਆਧਾਰ ਤੇ ਸਮਾਜਿਕ ਆਧਾਰ। ਮਾਤ ਭਾਸ਼ਾ ਤੇ ਭਾਸ਼ਾ ਸਿੱਖਣਾ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਇਹਦੇ ਵਿੱਚ ਆਪਾਂ ਡਿਫਰੈਂਸ ਕਲੀਅਰ ਕੀਤਾ। ਤੇ ਉਸ ਤੋਂ ਬਾਅਦ ਆਪਾਂ ਆ ਗਏ ਹੁਣ ਇੱਕ ਟੈਲੀਗ੍ਰਾਮ ਗਰੁੱਪ ਮੈਨੇ ਤੁਹਾਡੇ ਲਈ ਸਪੈਸ਼ਲੀ ਬਣਾਇਆ, ਸਿਰਫ CTET ਦੇ ਸਟੂਡੈਂਟਸ ਲਈ ਬਣਾਇਆ। CTET ਦੇ ਜਿੰਨੇ ਵੀ ਸਟੂਡੈਂਟਸ ਨੇ ਉਹ ਇਸ ਗਰੁੱਪ ਨੂੰ ਜੁਆਇਨ ਕਰਕੇ ਆਪਣਾ ਨਾਲ ਜੁੜ ਸਕਦੇ ਨੇ। ਬੈਨੀਫਿਟ ਕੀ ਹੈ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਨ ਦਾ? ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਨ ਦਾ ਬੈਨੀਫਿਟ ਇਹ ਹੈ ਕਿ ਰੋਜ਼ ਇੱਕ ਪੈਰਾ ਹੋ ਗਿਆ, ਹੈ ਨਾ, ਕਿਉਂਕਿ ਆਪਾਂ ਇੱਥੇ ਚਲੋ ਪੈਡਾਗੋਗੀ ਅਤੇ ਗ੍ਰਾਮਰ ਤਾਂ ਕਰ ਹੀ ਲੈਂਦੇ ਹਾਂ, ਬਟ ਪੈਰਾ ਦੀ ਪ੍ਰੈਕਟਿਸ ਆਪਾਂ ਨੂੰ ਤੋਂ ਨਹੀਂ ਹੁੰਦੀ। ਪੋਇਮ ਦਾ ਪੈਸੇਜ ਹੋ ਗਿਆ, ਉਹ ਨਹੀਂ ਆਪਾਂ ਕਰਦੇ, ਤਾਂ ਉਹ ਉੱਥੇ ਮੈਂ ਤੁਹਾਨੂੰ ਗਰੁੱਪ ਦੇ ਵਿੱਚ ਭੇਜਿਆ ਕਰਾਂਗੀ। ਠੀਕ ਹੈ ਜੀ, ਤਾਂ ਜੁੜ ਸਕਦੇ ਹੋ ਤੁਸੀਂ, ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ। ਐਂਡ ਦੈਟਸ ਇਟ। ਕੱਲ੍ਹ ਨੂੰ ਆਪਾਂ ਇਸ ਟੌਪਿਕ ਨੂੰ ਕੰਪਲੀਟ ਕਰ ਦਾਂਗੇ। ਰੈਗੂਲਰਲੀ ਹੁਣ ਤੁਹਾਡੇ ਲਈ ਕਲਾਸਿਸ ਮੈਂ ਕੋਸ਼ਿਸ਼ ਕਰੂੰਗੀ ਲੈ ਕੇ ਆਵਾਂ। ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ, ਜੇਕਰ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ, ਸ਼ੇਅਰ ਕਰ ਦਿਓ, ਐਂਡ ਡੋਂਟ ਫੋਰਗੇਟ ਟੂ ਲਾਈਕ ਆਲਸੋ। ਠੀਕ ਹੈ ਜੀ, ਥੈਂਕ ਯੂ ਸੋ ਮਚ, ਟੇਕ ਕੇਅਰ।